ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ। ਪੰਜਾਬ ਦੇ ਡੀਜੀਪੀ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਲੀਡ ਹੈ ਔਰ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਸਾਡੇ ਲਈ ਇੱਕ ਵੱਡਾ ਚੈਲੰਜ ਹੈ ਜਿੱਥੇ ਇਹ ਸਾਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੇ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਟੇਟ ਇੰਟੈਲੀਜੈਂਟ ਹੈੱਡਕੁਆਰਟਰ ਦੇ 3rd ਫਲੋਰ ਦੀ ਤਸਵੀਰਾਂ ਨੇ। ਜੀ 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 ਨਾਲ ਖਬਰਾਂ ਨੇ ਉਹ ਕੀ ਕਹਿੰਦੀਆਂ ਨੇ, ਕਿਉਂਕਿ ਇਹ ਵੀ ਜਾਣਕਾਰੀ ਨਿਕਲ ਕੇ ਆ ਰਹੀ ਸੀ ਕਿ ਕੋਈ ਆਈ ਵਿਟਨੈਸ ਹੈ ਜਿਸ ਨੇ ਜਾਣਕਾਰੀ ਦਿੱਤੀ ਸੀ ਸਵਿਫਟ ਕਾਰ ਬਾਰੇ ਔਰ ਉਸ ਦੇ ਵਿੱਚ ਸ਼ੱਕੀ ਵਿਅਕਤੀਆਂ ਬਾਰੇ। ਦੇਖੋ ਵਿਜੇ, ਇਹ ਆਈ ਵਿਟਨੈਸ ਜਿਹੜਾ ਹੈਗਾ ਪੁਲਿਸ ਸੋਰਸਿਸ ਸਾਡੇ ਦੱਸ ਰਹੇ ਨੇ। ਪਹਿਲਾਂ ਤੁਹਾਨੂੰ ਦੱਸ ਦਈਏ, ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਬਿਲਕੁਲ ਬਾਹਰ ਅਸੀਂ ਖੜੇ ਹਾਂ ਕਿ ਇਹ 3rd ਫਲੋਰ ਦਾ 41 ਨੰਬਰ ਕਮਰਾ ਹੈ ਜਿੱਥੇ ਤੁਸੀਂ ਦੇਖਿਓ। ਕੋਸ਼ਿਸ਼ ਕਰਾਂਗਾ ਤੁਹਾਨੂੰ ਦਿਖਾਉਣ ਦੀ ਜ਼ੂਮ ਕਰਕੇ ਕਿ ਜਿਹੜੀ ਕੰਧ ਹੈ ਉਹ ਟੁੱਟੀ ਹੋਈ ਹੈ। ਇੱਥੇ ਹੀ ਆਰਪੀਜੀ ਜਿਹੜਾ ਦੱਸਿਆ ਜਾ ਰਿਹਾ, ਜਿਹੜਾ ਡੀਜੀਪੀ ਵੱਲੋਂ ਵੀ ਦੱਸਿਆ ਗਿਆ ਹੈ ਕਿ ਆਰਪੀਜੀ ਜਿਹੜਾ ਗ੍ਰੇਨੇਡ ਹੈ ਉਹ ਇੱਥੇ ਪਹਿਲਾਂ ਟਕਰਾਇਆ ਇਹਦੇ ਨਾਲ, ਉਸ ਤੋਂ ਬਾਅਦ ਇਹ ਸ਼ੀਸ਼ਾ ਬ੍ਰੇਕ ਹੋਇਆ ਤੇ ਅੰਦਰ ਜਾ ਕੇ ਡਿੱਗਿਆ। 41 ਨੰਬਰ ਕਮਰਾ ਜਿਹੜਾ ਹੈਗਾ 3rd ਫਲੋਰ ਤੇ, ਜਿੱਥੇ ਐਸਆਈ ਬਲਕਾਰ ਸਿੰਘ ਜਿਹੜਾ ਸਿਕਿਉਰਿਟੀ ਇੰਚਾਰਜ ਹੈ, ਜਿਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਲਿਖਿਤ 'ਚ ਕੰਪਲੇਂਟ ਜਿਹੜੀ ਦਿੱਤੀ ਹੈ, ਜਿਹੜੀ ਸਾਡੇ ਕੋਲ ਮੌਜੂਦ ਹੈ, ਉਹਦੇ ਵਿੱਚ ਕਿਹਾ ਗਿਆ ਕਿ ਪਹਿਲਾਂ ਕੰਧ ਤੋਂ ਟਕਰਾਇਆ ਜਿਹੜੀ, ਔਰ ਬਾਕੀ ਕਾਫੀ ਧੂਆਂ ਜਿਹੜਾ ਨਿਕਲ ਰਿਹਾ ਸੀਗਾ। ਜਦ ਇਹਦਾ ਦਰਵਾਜ਼ਾ ਖੋਲਣ ਤੋਂ ਬਾਅਦ ਇੱਥੇ ਪਹੁੰਚੇ ਹੈ ਤੇ ਕਾਫੀ ਧੂਆਂ ਤੇ ਬੜੀ ਗੰਦੀ ਜਿਹੜੀ ਸਮੈਲ ਹੁੰਦੀ, ਜਿਹੜੇ ਗੋਲਾ ਬਾਰੂਦ ਦੀ ਜਿਹੜੀ ਸਮੈਲ ਹੁੰਦੀ ਹੈ ਉਹ ਇੱਥੇ ਆ ਰਹੀ ਸੀ ਤੇ ਉਹ ਉਹੀ ਬਿਲਕੁਲ ਉਹੀ ਸੇਮ ਜਗ੍ਹਾ ਹੈ ਜਿੱਥੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਯਾਨੀ ਕਿ ਇਹਦੇ ਬਿਲਕੁਲ ਅਪੋਜ਼ਿਟ ਖੜ ਕੇ ਜਿਹੜੇ ਵੀ ਦਹਿਸ਼ਤਗਰਦ ਸੀਗੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤੇ ਹੁਣ ਜਿਹੜੀ ਜਾਣਕਾਰੀ ਜਿਹੜੀ ਪੁਲਿਸ ਸੋਰਸਿਸ ਤੋਂ ਆ ਰਹੀ ਹੈ ਕਿ ਜਿਹੜੀ ਸਵਿਫਟ ਗੱਡੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਕਰੀਬ 3 ਤੋਂ 4 ਜਿਹੜੇ ਦਹਿਸ਼ਤਗਰਦ ਬੈਠੇ ਸੀਗੇ। ਹਾਲਾਂਕਿ ਇਹ ਰੈਕੀ ਵੀ ਹੋਈ ਹੈ। ਹੁਣ ਤੱਕ ਦੀ ਜਿਹੜੀ ਪੁਲਿਸ ਸੋਰਸਿਸ ਸਾਨੂੰ ਦੱਸ ਰਹੇ ਕਿ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਵਿਫਟ ਗੱਡੀ ਡੇਰਾਬੱਸੀ ਤੋਂ ਨਿਕਲਦੇ ਹੋਏ ਦੱਪਰ ਟੋਲ ਪਲਾਜ਼ਾ ਤੇ ਨਿਕਲਦੇ ਹੋਏ ਉਸ ਸਾਈਡ ਤੋਂ ਗਈ ਹੈ। ਇਹ ਜਿਹੜੇ ਪੁਲਿਸ ਸੋਰਸਿਸ ਸਾਡੇ ਦੱਸ ਰਹੇ ਨੇ। ਹਾਲਾਂਕਿ ਪੁਲਿਸ ਦੇ ਜਿਹੜੇ ਆਫੀਸਰਸ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡੇ ਕੋਲ ਬਹੁਤ ਲੀਡਸ ਨੇ ਤੇ ਛੇਤੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਇਹ ਡੀਜੀਪੀ ਦੀ ਸਟੇਟਮੈਂਟ ਹੈ। ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਸੀਐਮ ਦੀ ਸਟੇਟਮੈਂਟ ਆਈ ਸੀ ਕਿ ਕਈ ਗ੍ਰਿਫਤਾਰੀਆਂ ਹੋ ਚੁੱਕੀ ਹੈ, ਸ਼ਾਮ ਤੱਕ ਹੋਰ ਵੀ ਚੀਜ਼ਾਂ ਜਿਹੜੀ ਹੈ ਉਹ ਕਲੀਅਰ ਹੋਣਗੀ। ਤੁਹਾਨੂੰ ਦੱਸ ਦਈਏ ਕਿ ਇਹ ਇੰਟੈਲੀਜੈਂਸ ਦੇ ਦਫ਼ਤਰ ਦਾ, ਇਹ ਹੈੱਡਕੁਆਰਟਰ ਦਾ ਇਹ ਗੇਟ ਹੈ ਤੇ ਬਿਲਕੁਲ ਇਹ ਜਿਹੜਾ ਰੋਡ ਹੈ ਇਹਦੇ ਬਿਲਕੁਲ ਸਾਹਮਣੇ ਸੁਹਾਣਾ ਹਸਪੀਟਲ, ਯਾਨੀ ਕਿ ਜਿਹੜੇ ਵੀ ਦਹਿਸ਼ਤਗਰਦ ਸੀਗੇ ਉਹਨਾਂ ਨੇ ਇਸ ਪੂਰੀ ਵਾਰਦਾਤ ਨੂੰ ਸਾਹਮਣੇ ਖੜ ਕੇ, ਯਾਨੀ ਕਿ ਅਸੀਂ ਕਹਿ ਸਕਦੇ ਜੇ ਟੈਕਨੀਕਲੀ ਅਸੀਂ ਗੱਲ ਕਰੀਏ ਵਿਜੇ, ਤੇ ਕਿਤੇ ਨਾ ਕਿਤੇ ਜਿਹੜੇ ਦਹਿਸ਼ਤਗਰਦ ਇੱਥੇ ਆਏ ਸੀ ਜਿਨ੍ਹਾਂ ਨੇ ਟਾਰਗੇਟ ਕਰਨਾ ਸੀਗਾ, ਜਾਂ ਤਾਂ ਉਹਦਾ ਦੀ ਜਿਹੜੀ ਮੀਟਰ ਦਾ ਜਿਹੜਾ ਹੁੰਦਾ ਹੈ ਦਾਇਰਾ ਜਿਹੜਾ ਟਾਰਗੇਟ ਕਰਨਾ ਸੀਗਾ ਉਹ ਕਾਫੀ ਦੂਰ ਸੀਗਾ, ਯਾਨੀ ਕਿ ਕਾਫੀ ਦੂਰ ਸੀਗਾ। ਇਸ ਕਰਕੇ ਜਿਹੜਾ ਨਿਸ਼ਾਨਾ ਹੈ ਜਾਂ ਇਹ ਟਾਰਗੇਟ ਹੈ ਉਹ ਬਿਲਕੁਲ ਠੀਕ ਨਹੀਂ ਆਇਆ, ਕਿਉਂਕਿ ਇਹਦੇ ਵਿੱਚ ਵੀ ਟ੍ਰੇਨਡ ਬੰਦੇ ਦੀ ਲੋੜ ਹੁੰਦੀ ਹੈ। ਜਿਹੜਾ ਆਰਪੀਜੀ ਯੂਜ਼ ਹੋਇਆ, ਜਿੱਦਾਂ ਆਪਾਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਪਠਾਨਕੋਟ ਬੇਸ ਤੇ ਇਹੀ ਆਰਪੀਜੀ ਯੂਜ਼ ਹੋਇਆ ਸੀਗਾ। ਰੌਕੇਟ ਪ੍ਰੋਪੈਲਡ ਗ੍ਰੇਨੇਡ ਇਹ ਜਿਹੜਾ ਹੋਇਆ ਕਾਫੀ ਖਤਰਨਾਕ ਹੁੰਦਾ ਹੈ, ਲੇਕਿਨ ਇਹਦੇ ਵਿੱਚ ਕਿਸ ਤਰ੍ਹਾਂ ਬਚਾਅ ਹੋਇਆ, ਰਾਹਤ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੋਇਆ। ਬਿਲਕੁਲ 3rd ਫਲੋਰ ਤੇ ਤੁਸੀਂ ਵੇਖੋ ਕਿ ਜਿਹੜੀ ਕੰਧ ਹੈ ਉਹ ਟੁੱਟੀ ਹੋਈ ਹੈ ਤੇ ਨਾਲ ਦੀ ਜਿਹੜੀ ਖਿੜਕੀਆਂ ਹੈ ਉਹਦੇ ਸ਼ੀਸ਼ੇ ਜਿਹੜੇ ਉਹ ਬ੍ਰੇਕ ਹੋਏ ਹੈ, ਕਿਉਂਕਿ ਜਿਹੜਾ ਗ੍ਰੇਨੇਡ ਹੈ, ਜਿਹੜਾ ਆਰਪੀਜੀ ਹੈ ਉਹ ਪਹਿਲਾਂ ਜਿਹੜੇ ਕੰਧ ਤੇ ਟਕਰਾਇਆ, ਉਸ ਤੋਂ ਬਾਅਦ ਸ਼ੀਸ਼ਾ ਬ੍ਰੇਕ ਹੋਇਆ ਤੇ ਅੰਦਰ ਕੁਰਸੀ ਤੇ ਜਿਹੜੇ ਟੇਬਲ ਪਈ ਸੀ ਉੱਥੇ ਜਾ ਕੇ ਕਾਫੀ ਧੂਆਂ ਹੋ ਗਿਆ। ਜਿਹੜੀ ਬਲਕਾਰ ਸਿੰਘ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ 236 ਨੰਬਰ FIR ਨੰਬਰ 236 IPC ਦੀ 307 16 UAPA ਤੇ ਹੋਰ ਜਿਹੜੇ ਐਕਸਪਲੋਸਿਵ ਐਕਟ ਜਿਹੜਾ ਉਹ ਇਹਦੇ ਵਿੱਚ ਲਾਇਆ ਗਿਆ ਹੈ। ਸੁਹਾਣਾ ਦੇ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਹੋਇਆ ਸੀਗਾ। ਤੇ ਇਹਦੇ ਵਿੱਚ ਹੋਰ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਕਿ SIT ਦੇ ਵਿੱਚ ਬਣਾਈ ਗਈ ਹੈ। SIT ਵਿੱਚ ਵੱਖ-ਵੱਖ ਜਿਹੜੀ ਟੀਮਾਂ ਹੈ ਲੋਕੇਸ਼ਨ ਨੂੰ ਟਰੇਸ ਕਰ ਰਹੀ ਹੈ, ਯਾਨੀ ਕਿ CCTV ਫੁਟੇਜ ਵੀ ਜਿਹੜੀ ਹੈਗੀ ਦੱਸੀ ਜਾ ਰਹੀ। ਤੁਸੀਂ ਜਿਹੜੀ ਆਈ ਵਿਟਨੈਸ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਕਈ ਲੋਕਾਂ ਨਾਲ ਪੁੱਛਗਿੱਛ ਕੀਤੀ ਗਈ ਤੇ ਕਰੀਬ ਦਰਜਨ ਤੋਂ ਵੀ ਵੱਧ ਜਿਹੜੇ ਲੋਕ ਨੇ ਜਿਹੜੇ ਉਹਨਾਂ ਨੂੰ ਡਿਟੇਨ ਕੀਤਾ ਗਿਆ। ਡਿਟੇਨ ਕਰਨ ਤੋਂ ਬਾਅਦ ਕਈ ਇਹਦੇ ਵਿੱਚ ਖੁਲਾਸੇ ਹੋਏ ਨੇ। ਜਿਹੜੇ ਆਈ ਵਿਟਨੈਸ ਨੇ ਉਹ ਸੀਕ੍ਰੇਟ ਰੱਖੇ ਜਾਂਦੇ ਨੇ, ਪੁਲਿਸ ਨੇ ਸੀਕ੍ਰੇਟ ਰੱਖਿਆ। ਜਿਹੜਾ ਆਈ ਵਿਟਨੈਸ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਸਵਿਫਟ ਗੱਡੀ ਦਾ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਰੋਲ। ਸਵਿਫਟ ਗੱਡੀ ਸੀਗੀ ਵਾਈਟ ਕਲਰ ਦੀ ਔਰ ਇੱਥੇ ਇसी ਥਾਂ ਤੇ ਉਹ ਰੈਕੀ ਕਰਦੀ ਹੋਈ ਨਜ਼ਰ ਆਈ ਹੈ। ਇसी ਥਾਂ ਤੇ ਜਿਹੜੇ ਬੰਦੇ ਸੀ, ਕਿਉਂਕਿ ਇਹ ਪਹਿਲੇ ਦਿਨ ਦਾ ਕੰਮ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਿਜੇ ਇਹ ਸਾਰੀ ਰੈਕੀ ਹੋਈ ਹੋਣੀ ਹੈ, ਪੂਰੀ ਰੈਕੀ ਹੋਈ ਹੋਣੀ ਹੈ ਕਿ ਕਿੱਥੋਂ ਅਸੀਂ ਟਾਰਗੇਟ ਕਰਨਾ ਹੈ, ਕਿੱਥੇ ਅਸੀਂ ਟਾਰਗੇਟ ਕਰਨਾ ਹੈ, ਕਿਹੜੀ ਬਿਲਡਿੰਗ ਨੂੰ ਟਾਰਗੇਟ ਕਰਨਾ ਹੈ। ਇਹਨਾਂ ਦੀ ਇੰਟੈਂਸ਼ਨ ਕੀ ਸੀ? ਇਹਨਾਂ ਦੀ ਇੰਟੈਂਸ਼ਨ ਸਿਰਫ ਦਹਿਸ਼ਤ ਫੈਲਾਉਣਾ ਸੀਗਾ ਜਾਂ ਫਿਰ ਹੋਰ ਕਿਸ ਤਰ੍ਹਾਂ ਦੀ ਸੀਗੀ? ਕਿਉਂਕਿ ਜੇ ਆਪਾਂ ਬੈਕਗ੍ਰਾਉਂਡ 'ਚ ਜਾਈਏ, ਇਸ ਇਲਾਕੇ ਉਸ ਦਾ ਜਾਇਜ਼ਾ ਲੈ ਰਹੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਅਟੈਕ नीचे तो किया गया है या पैरेलल पोजीशन तो किया गया है या ऊपर तो किया गया, कुछ ऐसा आइडिया लगता है इथों देख के? बिल्कुल विजय, इसी दे असीं कोशिश कर रहे हैं इसी जानन दी कि ये जे 3rd फ्लोर ते टारगेट किया गया है, इहदा मतलब इहदे बिल्कुल
पैरेलल खड़ के, यानी कि पैरेलल खड़ के बिल्कुल सामने, क्योंकि बिल्कुल सामने स्पेस ਜਿਹੜਾ ਹੈ ਉਹ ਖਾਲੀ ਹੈ, यानी कि पार्किंग एरिया। पार्किंग एरिया ਦੇ ਬਿਲਕੁਲ ਜਿਹੜੀ ਤੁਸੀਂ ਦੇਖ ਰਹੇ ਹੋ ਕੰਧ, ਇਹ ਹੈਗੀ ਸੁਹਾਣਾ ਹਸਪੀਟਲ ਦੀ ਜਿਹੜੀ ਕੰਧ ਹੈ, ਯਾਨੀ ਕਿ ਇਹ ਵੀ ਕਹਿ ਸਕਦੇ ਹਾਂ ਕਿ ਉੱਥੇ ਗੱਡੀ ਖੜੀ ਕਰਕੇ ਇਹਨਾਂ ਨੇ ਟਾਰਗੇਟ ਕੀਤਾ। ਟਾਰਗੇਟ ਕਰਨ ਤੋਂ ਬਾਅਦ ਇਹ ਉੱਥੋਂ ਨਾਲ ਦੇ ਨਾਲ ਹੀ ਫਰਾਰ ਹੋ ਗਏ। ਬਸ ਜਿਹੜਾ ਟਾਰਗੇਟ ਕਰਨਾ ਸੀਗਾ ਉਹਦੇ ਵਿੱਚ ਥੋੜੀ ਜੀ ਇਹਨਾਂ ਨੂੰ ਚੂਕ ਰਹਿ ਗਈ, ਜਿਹਦੇ ਕਰਕੇ ਕੰਧ 'ਚ ਇਹ ਟਕਰਾਇਆ ਜਿਹੜਾ ਗ੍ਰੇਨੇਡ ਹੈ ਔਰ ਅੰਦਰ ਜਾ ਕੇ ਗਿਰਿਆ। ਹਾਲਾਂਕਿ ਇਹ ਜੇ ਬਿਲਕੁਲ ਸਹੀ ਜਗ੍ਹਾ ਤੇ ਜਾਂਦਾ ਤਾਂ ਵਿਜੇ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਸੀਗਾ, ਯਾਨੀ ਕਿ ਇਹ ਬਿਲਡਿੰਗ 'ਚ ਵੀ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ। ਜਿਹੜੇ ਵੀ ਲਿਮਿਟਿਡ ਲੋਕ ਅੰਦਰ ਸੀਗੇ, ਕਿਉਂਕਿ 7:45 ਦਾ ਟਾਈਮ ਸੀਗਾ, ਮੋਸਟਲੀ ਅਫਸਰ ਜਿਹੜੇ ਉਹ ਨਿਕਲ ਚੁੱਕੇ ਸੀ, ਲੇਕਿਨ ਜਿਹੜੇ ਹੋਰ ਮੁਲਾਜ਼ਮ ਸੀ, ਜਿਹੜਾ ਹੋਰ ਸਟਾਫ ਹੁੰਦਾ ਹੈ, ਕਿਉਂਕਿ 41 ਨੰਬਰ ਜਿਹੜਾ ਇਹ ਕਮਰਾ ਹੈ, ਇਹ ਦੱਸਿਆ ਜਾ ਰਿਹਾ ਹੈ ਕਿ ਇੰਟੈਲੀਜੈਂਸ ਡਿਪਾਰਟਮੈਂਟ ਦੇ ਜਿਹੜੇ ਰੀਡਰਸ ਨੇ ਜਾਂ ਫਿਰ ਹੋਰ ਉਹਨਾਂ ਦੇ ਜਿਹੜੇ ਸਟਾਫ ਦੇ ਉਹ ਇੱਥੇ ਬੈਠਦੇ ਨੇ, ਜਿਹੜਾ ਇੱਥੇ ਆਫੀਸ਼ੀਅਲੀ ਵਰਕ ਜਿਹੜਾ ਹੁੰਦਾ 41 ਨੰਬਰ ਕਮਰੇ 'ਚ ਜਿਹੜੇ ਅਸੀਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਸੀ। ਲੇਕਿਨ ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਅੱਛਾ ਮਨੋਜ, ਜਿਹੜਾ AGTF ਦਾ ਦਫ਼ਤਰ ਹੈ, ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਦਫ਼ਤਰ ਹੈ, ਕਿ ਉਹ ਵੀ ਇਸੇ ਫਲੋਰ ਤੇ ਹੈ, 3rd ਫਲੋਰ ਤੇ ਹੈ? ਬਿਲਕੁਲ, ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਇਹਦੇ ਵਿੱਚ ਐਂਟੀ ਗੈਂਗਸਟਰ ਦਾ ਦਫ਼ਤਰ, ਓਕੂ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਹੈ, ਉਹਦਾ ਇੰਟੈਲੀਜੈਂਸ ਦਾ ਦਫ਼ਤਰ ਜਿਹੜਾ ਹੈਗਾ ਉਹ ਵੀ ਹੈਗਾ, ਯਾਨੀ ਕਿ 1st, 2nd ਤੇ 3rd ਫਲੋਰ ਤੇ ਇਹ ਮੇਨ ਆਫਿਸਿਸ ਨੇ। ਇਹਦੇ ਵਿੱਚ ਐਂਟੀ ਗੈਂਗਸਟਰ, ਓਕੂ ਤੇ ਇੰਟੈਲੀਜੈਂਸ ਦੇ ਜਿਹੜੇ ਵੱਡੇ ਅਫਸਰ ਨੇ ਇੱਥੇ ਬੈਠਦੇ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਗੈਂਗਸਟਰ ਐਕਟੀਵਿਟੀ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਟੈਰਰਿਸਟ ਐਕਟੀਵਿਟੀ ਹੋਵੇ, ਇਹ ਸਾਰੀ ਰਣਨੀਤੀ ਜਿਹੜੀ ਆਫੀਸਰਸ ਇੱਥੇ ਬੈਠ ਕੇ ਕਰਦੇ ਨੇ। ਤੁਹਾਨੂੰ ਦੱਸ ਦਈਏ ਕਿ ਜਿਹੜੇ ਵੀ ਵੱਡੇ ਹਾਈ ਪ੍ਰੋਫਾਈਲ ਕੇਸਿਸ ਹੁੰਦੇ ਨੇ, ਚਾਹੇ ਉਹ ਟੈਰਰਿਸਟ ਐਕਟੀਵਿਟੀ ਦੀ ਗੱਲ ਕਰ ਲਈਏ, ਚਾਹੇ ਉਹ ਗੈਂਗਸਟਰ ਦੀ ਅਸੀਂ ਗੱਲ ਕਰ ਲਈਏ, ਵੱਡੇ ਜਿਹੜੇ ਗੈਂਗਸਟਰ ਦੀ ਐਕਟੀਵਿਟੀਜ਼ ਦੀ ਰਣਨੀਤੀ ਜਿਹੜੀ ਹੈ ਤਿਆਰ ਹੁੰਦੀ ਹੈ ਇਸੀ ਸਟੇਟ ਇੰਟੈਲੀਜੈਂਸ ਦੇ ਹੈੱਡਕੁਆਟਰ 'ਚ, ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਇੰਟੈਲੀਜੈਂਸ ਹੈੱਡਕੁਆਟਰ ਇਹੀ ਹੈ, ਯਾਨੀ ਕਿ ਇਸ ਨੂੰ ਟਾਰਗੇਟ ਕੀਤਾ ਗਿਆ ਵਿਜੇ। ਤਾਂ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਸਵਾਲ ਇੱਥੇ, ਇੱਕ ਬਹੁਤ ਵੱਡਾ ਕੁਐਸਚਨ ਜ਼ਰੂਰ ਮਾਰਕ ਹੈ ਕਿ ਆਖਿਰ ਉਹਨਾਂ ਦੀ ਇੰਟੈਂਸ਼ਨ ਕਿਉਂ ਸੀ, ਕਿਉਂਕਿ ਹਾਲਾਂਕਿ ਹੁਣ ਡੀਜੀਪੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਲੀਡ ਸਾਡੇ ਕੋਲ ਬਹੁਤ ਨੇ, ਔਰ ਬਹੁਤ ਜਲਦੀ ਦਾ ਖੁਲਾਸਾ ਜਿਹੜਾ ਹੋਣਗਾ। ਹਾਲਾਂਕਿ ਸੀਐਮ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਸ਼ਾਮ ਤੱਕ ਸਾਰੀ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋਣਗੀਆਂ, ਕਿ ਕੁਝ ਗ੍ਰਿਫਤਾਰੀ ਵੀ ਅਸੀਂ ਕੀਤੀ ਹੈ, ਸੀਐਮ ਵੱਲੋਂ ਇਹ ਬਿਆਨ ਦਿੱਤਾ ਗਿਆ ਸੀਗਾ। ਹਾਲਾਂਕਿ ਸਾਡੀ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਿਕ ਸਟੇਟ ਇੰਟੈਲੀਜੈਂਸ, ਕਿਉਂਕਿ ਜਿਹੜੀ SIT ਬਣਾਈ ਗਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ, ਉਹਨਾਂ ਨੇ ਜਿਹੜੇ ਲੋਕ ਇਹਦੇ ਵਿੱਚ ਡਿਟੇਨ ਕੀਤੇ ਗਏ ਨੇ ਉਹਨਾਂ ਕੋਲੋਂ ਕਈ ਖੁਲਾਸੇ ਜਿਹੜੇ ਆ ਉਹ ਸਾਹਮਣੇ ਆਏ। ਵਿਜੇ, ਮਨੋਜ ਤੁਸੀਂ ਬਣੇ ਰਹਿਣਾ, ਅਸੀਂ ਟੀਵੀ ਸਕਰੀਨ ਤੇ ਕੁਝ ਗ੍ਰਾਫਿਕਸ ਦਿਖਾ ਰਹੇ ਹਾਂ। ਗ੍ਰਾਫਿਕਸ ਦੇ ਜ਼ਰੀਏ ਜਿਵੇਂ ਮਨੋਜ ਨੇ ਜਾਣਕਾਰੀ ਦੇ ਰਹੇ ਨੇ ਸਪੌਟ ਤੋਂ, ਜਿਹੜੀ ਉਹ ਖਿੜਕੀ ਦਿਖਾ ਰਹੇ ਨੇ ਜਿੱਥੇ ਜਾ ਕੇ ਇਹ ਗ੍ਰੇਨੇਡ ਲੱਗਿਆ, ਉਸ ਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਗੱਡੀ ਆਉਂਦੀ ਹੈ, ਗੱਡੀ 'ਚੋਂ 2 ਲੋਕ ਉਤਰਦੇ ਨੇ ਔਰ ਫਿਰ ਇੱਕ ਅਟੈਕ ਕਰਦੇ ਨੇ 3rd ਫਲੋਰ ਤੇ ਇੱਕ ਖਿੜਕੀ ਨੂੰ। ਸੋ ਹੁਣ ਉਸ ਚੀਜ਼ ਨੂੰ ਸਮਝਣਾ ਉੱਥੇ ਖੜ ਕੇ ਦੇਖ ਕੇ, ਕਿਉਂਕਿ ਸੁਰੱਖਿਆ ਏਜੰਸੀਆਂ ਇਸ ਦਾ ਜਾਇਜ਼ਾ ਲੈ ਰਹੀਆਂ ਨੇ ਕਿ ਇਹ ਉਹਨਾਂ ਨੇ ਨੀਚੇ ਖੜ ਕੇ ਅਟੈਕ ਕੀਤਾ ਹੋ ਸਕਦਾ ਹੈ, ਦੂਰ ਖੜ ਕੇ ਅਟੈਕ ਕੀਤਾ ਹੋ ਸਕਦਾ ਹੈ, ਕਿਉਂਕਿ ਸਾਹਮਣੇ ਖੁੱਲਾ ਗਰਾਊਂਡ ਹੈ, ਜਾਂ ਦੂਰ ਇੱਕ ਹਸਪੀਟਲ ਦੀ ਬਿਲਡਿੰਗ ਹੈ, ਕਿ ਉਸ ਪਾਸਿਓਂ ਕਿਸੇ ਤਰੀਕੇ ਪੈਰਲਲ ਜਿਹੜਾ ਹੈ ਅਟੈਕ ਹੋ ਸਕਦਾ ਹੈ। ਸੋ ਇਸ ਕੋਸ਼ਿਸ਼ 'ਚ ਹੈ, ਕਿਉਂਕਿ ਚੈਲੰਜ ਦੇ ਤੌਰ ਤੇ ਪੰਜਾਬ ਪੁਲਿਸ ਇਸ ਨੂੰ ਦੇਖ ਰਹੀ ਹੈ ਔਰ ਉਹ ਜਗ੍ਹਾ, ਉਸ ਆਫਿਸ ਤੇ ਇਹ ਗ੍ਰੇਨੇਡ ਅਟੈਕ ਹੋਣਾ ਜਿੱਥੇ ਇਹ ਰਣਨੀਤੀ ਬਣਦੀ ਹੈ, ਜਿੱਥੇ ਐਂਟੀ ਗੈਂਗਸਟਰ ਜਿਹੜੀ ਹੈ ਪੂਰੀ ਕਾਰਵਾਈ, ਪੂਰੀ ਗਤੀਵਿਧੀ ਉਸ ਨੂੰ ਪੇਪਰਬੱਧ ਕੀਤਾ ਜਾਂਦਾ ਹੈ ਔਰ ਪੂਰੀ ਜਿਹੜੀ ਹੈ ਉੱਥੇ ਬਣਾਈ ਜਾਂਦੀ ਹੈ ਰਣਨੀਤੀ। ਉਸ ਦਫ਼ਤਰ ਨੂੰ ਇੱਕ ਤਰੀਕੇ ਨਾਲ ਸਿੱਧਾ ਅਟੈਕ ਕੀਤਾ ਗਿਆ। ਸੋ ਇਹ ਅਸੀਂ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰੀਕੇ ਨਾਲ ਹੋਏਗਾ ਇਸ ਦੇ ਵਿੱਚ, ਕਿਉਂਕਿ ਬਾਕੀ ਤੇ ਪੁਲਿਸ ਜਾਂਚ ਤੋਂ ਬਾਅਦ ਇਸ ਬਾਰੇ ਦੱਸੇਗੀ ਕਿ ਕਿਹੜੀ ਜਗ੍ਹਾ ਤੇ ਖੜ ਕੇ ਉਹਨਾਂ ਨੇ ਅਟੈਕ ਕੀਤਾ। ਪਰ ਇਹ ਅਸੀਂ ਵਿੱਚ ਸੜਕ ਦਿਖਾ ਰਹੇ ਹਾਂ, ਪਰਲੇ ਪਾਸੇ ਸੜਕ ਦੇ ਜਿਹੜਾ ਹੈ ਉਹ ਆਫਿਸ ਹੈ ਔਰ ਦੂਸਰੇ ਪਾਸੇ ਤੋਂ ਵਿਚਕਾਰ ਰਸਤਾ ਜਾਂਦਾ ਔਰ ਦੂਸਰੇ ਪਾਸੇ ਤੋਂ ਇਹ ਦੂਸਰੀ ਤਸਵੀਰ ਹੈ। ਇਹ ਓਰੀਜਨਲ ਫੋਟੋ ਹੈ, ਪਹਿਲਾਂ ਅਸੀਂ ਗ੍ਰਾਫਿਕਸ ਦੇ ਜ਼ਰੀਏ ਦਿਖਾ ਰਹੇ ਸੀ। ਇੱਕ ਦੂਸਰੀ ਤਸਵੀਰ ਹੈ ਉਸ ਹੈੱਡਕੁਆਟਰ ਦੀ, ਜਿਸ ਹੈੱਡਕੁਆਟਰ ਦੀ ਖਿੜਕੀ ਤੇ ਅਟੈਕ ਹੋਇਆ। ਦੂਰੀ ਜਿਹੜੀ ਹੈ 50 ਮੀਟਰ ਦੀ ਲਗਭਗ ਹੈ, ਇੱਕ ਮੰਜ਼ਲ ਜਿਸ ਤੇ ਹਮਲਾ ਹੋਇਆ ਹੈ। ਦਫ਼ਤਰ 'ਚ ਐਂਟਰੀ ਦੇ ਰਸਤੇ ਤੋਂ ਲੈ ਕੇ ਇਮਾਰਤ ਦੇ ਸਾਹਮਣੇ ਬਿਲਕੁਲ ਖਾਲੀ ਗਰਾਊਂਡ ਹੈ ਔਰ ਦਫ਼ਤਰ ਦੇ ਸਾਹਮਣੇ ਪਾਰਕਿੰਗ ਹੈ। ਸੋ ਖਾਲੀ ਗਰਾਊਂਡ ਦੇ ਵਿੱਚ ਖੜ ਕੇ ਟਾਰਗੇਟ ਕੀਤਾ ਗਿਆ, ਕਿਉਂਕਿ ਰਾਤ ਦਾ ਹਨੇਰਾ ਸੀ, ਕਿਸੇ ਨੂੰ ਪਤਾ ਨਹੀਂ ਲੱਗਿਆ। ਇੱਕ ਸਵਿਫਟ ਗੱਡੀ ਜਿਵੇਂ ਦੱਸਿਆ ਜਾ ਰਿਹਾ ਹੈ, ਆਈ ਵਿਟਨੈਸ ਨੇ ਦੇਖੀ ਹੈ ਔਰ ਉਸਨੇ ਦੱਸਿਆ ਹੈ। ਆਈ ਵਿਟਨੈਸ ਨੂੰ ਪੁਲਿਸ ਕਦੇ ਵੀ ਡਿਸਕਲੋਜ਼ ਨਹੀਂ ਕਰਦੀ ਕਿ ਕੌਣ ਹੈ ਵਿਅਕਤੀ, ਪਰ ਇਹ ਹੁਣ ਤੱਕ ਦੀ ਜਿਹੜੀ ਤਸਵੀਰ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ, ਜਿਵੇਂ ਅਸੀਂ ਦਿਖਾਉਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਉਹੀ ਸੜਕ ਹੈ ਜਿੱਥੇ ਹੁਣ ਮਨੋਜ ਰਾਠੀ ਖੜੇ ਨੇ ਔਰ ਜਾਣਕਾਰੀ ਦੇ ਰਹੇ ਨੇ ਕਿ ਇਸ ਖਿੜਕੀ ਤੇ ਇਸ ਤਰੀਕੇ ਨਾਲ ਅਟੈਕ ਹੋਇਆ।